ਹਾਲੇਲੂਇਆ। ਧੰਨਵਾਦ ਪਰਮੇਸ਼ਰ ਤੇਰਾ। ਹਾਲੇਲੂਇਆ। ਸਵਰਗੀ ਪਿਤਾ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ। ਜਿਹੜੀ ਸਵਰਗ 'ਚ ਮਰਜ਼ੀ ਪੂਰੀ ਹੁੰਦੀ ਉਹ ਧਰਤੀ ਉੱਤੇ ਵੀ ਹੋਵੇ। ਸਾਡੇ ਪਾਪਾਂ ਨੂੰ ਮਾਫ਼ ਕਰੋ, ਸਾਡੇ ਕਰਜ਼ਿਆਂ ਨੂੰ ਮਾਫ਼ ਕਰੋ। ਅਸੀਂ ਵੀ ਆਪਣੇ ਹਰ ਕਰਜ਼ਾਈ ਨੂੰ ਮਾਫ਼ ਕਰਦੇ ਹਾਂ। ਸਵਰਗੀ ਪਿਤਾ, ਰੋਜ਼ ਦੀ ਰੋਟੀ ਸਾਨੂੰ ਅੱਜ ਦੇ, ਸਾਨੂੰ ਪਰਤਾਵੇ ਵਿੱਚ ਨਾ ਲਿਆਈ, ਸਗੋਂ ਹਰ ਬਲਾ ਤੋਂ ਬਚਾਈ। ਪਿਤਾ, ਸਾਨੂੰ ਸੱਚ ਬੋਲਣ ਵਾਲੀ ਬੁੱਧੀ ਦੇਈ, ਕਿਰਪਾ ਕਰੀ ਕਿ ਜੋ ਅਸੀਂ ਨਹੀਂ ਕਰ ਸਕਦੇ ਪੂਰਾ, ਪਿਤਾ ਸਾਨੂੰ ਮਾਫ਼ ਕਰੀ। ਪਿਤਾ, ਜਿਸ ਤਰ੍ਹਾਂ ਤੁਸੀਂ ਸਾਨੂੰ ਮਾਫ਼ ਕੀਤਾ, ਸਾਡੇ ਕਰਜ਼ੇ, ਸਾਡੇ ਪਾਪ ਚੁੱਕ ਲਏ ਸਾਡੇ ਕੋਲੋਂ, ਸੱਚੀ ਮੁੱਚੀ ਇਸ ਤਰ੍ਹਾਂ ਨਹੀਂ ਪੱਕਾ ਹੋ ਰਿਹਾ, ਪੂਰਾ ਨਹੀਂ ਹੋ ਰਿਹਾ। ਪਿਤਾ, ਸਾਡੇ 'ਤੇ ਦਇਆ ਕਰੋ, ਸਾਡੇ ਉੱਤੇ ਰਹਿਮਤ ਕਰੋ। ਅਸੀਂ ਵੱਧ ਤੋਂ ਵੱਧ ਮੇਰੇ ਪਰਮੇਸ਼ਰ ਇਸ ਕੰਮ ਨੂੰ ਅਸੀਂ ਕਰੀਏ। ਹੇ ਮੇਰੇ ਪਿਤਾ, ਜਦੋਂ ਅਸੀਂ ਇਹ ਕੰਮ ਕਰਨਾ ਸਿੱਖ ਗਏ ਕਿ ਅਸੀਂ ਵੀ ਆਪਣੇ ਕਰਜ਼ਾਈਆਂ ਨੂੰ ਮਾਫ਼ ਕੀਤਾ, ਤੇ ਪਿਤਾ ਤੇਰੀਆਂ ਰਹਿਮਤਾਂ ਕੀ, ਸਵਰਗ ਦੀਆਂ ਖਿੜਕੀਆਂ ਤੇ ਤੇਰੇ ਦਰਵਾਜ਼ੇ ਸਵਰਗਾਂ ਦੇ ਸਾਡੇ ਲਈ ਜ਼ਰੂਰ ਖੁੱਲ੍ਹ ਜਾਣਗੇ। ਔਰ ਅਸੀਂ ਨਿਚਾ ਕਰਦੇ ਹਾਂ ਪਿਤਾ, ਸਾਡੇ ਕੋਲ ਥੋੜ੍ਹਾ ਬਹੁਤਾ ਹੁੰਦਾ ਤਾਂ ਵੀ ਤੁਸੀਂ ਸਾਡੇ ਲਈ ਸਵਰਗਾਂ ਦੇ ਖਿੜਕੀਆਂ ਖੋਲ੍ਹ ਦਿੱਤੀਆਂ। ਤੁਸੀਂ ਮੇਰੇ ਪਰਮੇਸ਼ਰ ਦਿਆਲੂ ਤੇ ਕਿਰਪਾਲੂ ਆ। ਤੁਹਾਨੂੰ ਪਤਾ ਆ ਕਿ ਮੇਰੇ ਬੱਚੇ ਗਲਤੀਆਂ ਤੇ ਕਰਨ ਵਾਲੇ ਤੇ ਭੁੱਲਾਂ ਕਰਨ ਵਾਲੇ ਆ, ਤੇ ਮੇਰੇ ਪਿਤਾ ਤੁਸੀਂ ਭੁੱਲਾਂ ਨੂੰ ਮਾਫ਼ ਕਰਨ ਵਾਲੇ ਆ। ਹੇ ਮੇਰੇ ਦਾਤਾ, ਸਾਡੇ 'ਤੇ ਰਹਿਮਤ ਕਰੀ। ਇਸ ਵੇਲੇ ਜਿਹੜੇ ਥੋੜ੍ਹੇ ਜਿਹੇ ਲਫ਼ਜ਼ਾਂ ਵਿੱਚ ਹੇ ਪਰਮੇਸ਼ਰ ਤੁਸੀਂ ਇੱਕ ਨਵਾਂ ਗੀਤ ਮੇਰੇ ਦਿਲ ਵਿੱਚ ਪਾਇਆ, ਮੇਰੇ ਮੂੰਹ ਵਿੱਚ ਪਾਇਆ, ਉਹਨੂੰ ਹੁਣ ਮੇਰੇ ਪਰਮੇਸ਼ਰ ਮੈਂ ਬੇਨਤੀ ਕਰਦੀ ਹਾਂ। ਮੇਰੇ ਪਿਤਾ, ਤੇਰੀ ਬੱਚੀ ਅਰਦਾਸ ਕਰਦੀ ਹਾਂ ਕਿ ਇਸ ਵੇਲੇ ਮੇਰੇ ਪਿਤਾ ਮੇਰੇ ਹੱਥਾਂ ਦਾ ਉਠਾਉਣਾ ਸੰਝ ਦੀ ਸਵੇਰ ਵਰਗਾ ਹੋਵੇ। ਮੇਰੀ ਪ੍ਰਾਰਥਨਾ ਦੀ ਪੁਕਾਰ ਨੂੰ ਸੁਣ ਮੇਰੇ ਪਿਤਾ। ਜਿਵੇਂ ਪਿਤਾ ਜ਼ਬੂਰਾਂ ਦੇ ਵਿੱਚ ਲਿਖਿਆ, ਹਾਲੇਲੂਇਆ, ਜ਼ਬੂਰਾਂ ਦੇ ਵਿੱਚ ਲਿਖਿਆ, ਮੇਰੀ ਪੁਕਾਰ ਨੂੰ ਸੁਣ, ਮੇਰੀ ਪੁਕਾਰ ਨੂੰ ਸੁਣ। ਜ਼ਬੂਰ 141 ਵਿੱਚ ਲਿਖਿਆ, ਮੇਰੀ ਪੁਕਾਰ ਨੂੰ ਸੁਣ, ਮੇਰੀ ਪੁਕਾਰ ਉੱਤੇ ਧਿਆਨ ਦੇ ਪਿਤਾ, ਮੇਰੀ ਪੁਕਾਰ ਉੱਤੇ ਕੰਨ ਲਾ। ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਸੁਗੰਧੀ ਵਾਂਗੂ ਠਹਿਰੇ। ਮੇਰੇ ਹੱਥਾਂ ਦਾ ਉਠਾਉਣਾ ਸੰਝ ਦੀ ਸਵੇਰ ਵਰਗਾ ਹੋਵੇ। ਮੇਰੇ ਮੂੰਹ ਦੇ ਉੱਤੇ ਪਹਿਰੇ ਰੱਖੀ, ਬੁੱਲਾਂ ਦੇ ਉੱਤੇ, ਦਰ ਦੇ ਉੱਤੇ, ਮੂੰਹ ਦੇ ਉੱਤੇ ਬੁੱਲਾਂ 'ਤੇ ਪਹਿਰੇ ਬਿਠਾ ਕੇ ਰੱਖੀ। ਦਿਲ ਨੂੰ ਭੈੜੇ ਪਾਸੇ ਨੂੰ, ਮੇਰੇ ਨੂੰ ਦਿਲ ਨੂੰ ਭੈੜੇ ਪਾਸੇ ਤੋਂ ਮੋੜ ਕੇ ਰੱਖੀ। ਇਹ ਪਿਤਾ ਦਾਤਾ, ਤੇਰੇ ਅੱਗੇ ਬੇਨਤੀ ਮੇਰੇ ਪ੍ਰਭੂ ਜੀ ਕਰਦੇ ਹਾਂ, ਦਇਆ ਕਰੋ। ਆਪਣਾ ਦਿੱਤਾ ਹੋਇਆ ਗੀਤ ਭੇਜੋ ਆਪਣੇ ਦੂਤਾਂ ਨੂੰ, ਲਾਓ ਬੁੱਲਾਂ ਤੇ ਦੂਤਾਂ ਦੇ ਪਹਿਰੇ, ਤਾਂ ਮੇਰੇ ਪਰਮੇਸ਼ਰ ਤੇਰੇ ਗੀਤ ਪ੍ਰਭੂ ਜੀ ਤੇਰੇ ਦੂਤ ਗਾਉਣ, ਤੇ ਇਸ ਗੀਤ ਦਾ ਆਨੰਦ ਤੇਰੀ ਕਲੇਸੀਆ, ਤੇਰੇ ਪ੍ਰੇਮੀ ਜਨ ਮੇਰੇ ਪਰਮੇਸ਼ਰ ਤੇਰੀਆਂ ਪਿਆਰੀਆਂ ਰੂਹਾਂ ਤੇ ਬੁਲਾਰਾ ਤੇ ਸਰੋਤੇ ਲੈ ਸਕਣ। ਇਹ ਮੇਰੇ ਪਿਤਾ ਤੇਰਾ ਧੰਨਵਾਦ ਕਰਦੇ ਹਾਂ, ਤੇਰਾ ਸ਼ੁਕਰ ਕਰਦੇ ਹਾਂ ਦਾਤਾ, ਤੇਰਾ ਸ਼ੁਕਰ ਕਰਦੇ ਹਾਂ। ਆਓ ਮੇਰੇ ਪਿਤਾ ਜੀ, ਇਸ ਗੀਤ ਨੂੰ ਗਾਓ ਤੇ ਮੈਂ ਧੰਨਵਾਦ ਕਰਾਂ, ਧੰਨਵਾਦ ਕਰਾਂ ਤੇਰਾ, ਧੰਨਵਾਦ ਕਰਾਂ ਪਿਤਾ ਜੀ, ਸ਼ੁਕਰ ਕਰਾਂ, ਸ਼ੁਕਰ ਕਰਦੇ ਹਾਂ ਪਿਤਾ ਜੀ। ਦਇਆ ਕਰੀ, ਕਿਉਂਕਿ ਇਹ ਇੱਕ ਤੇਰਾ ਬੱਚਾ ਮਿੱਟੀ ਦਾ ਖਿਡੌਣਾ ਆ ਤੇ ਇੱਕ ਸਾਹ ਦਾ ਪ੍ਰਾਹੁਣਾ ਆ। ਦਇਆ ਕਰੀ ਮੇਰੇ ਪਿਤਾ, ਇਸ ਦੇ ਉੱਤੇ ਦਇਆ ਕਰੀ। ਮਿੱਟੀ ਦੇ ਖਿਡੌਣੇ ਦੇ, ਸਾਹ ਦੇ ਪ੍ਰਾਹੁਣੇ 'ਤੇ, ਮਿੱਟੀ ਦੇ ਖਿਡੌਣੇ 'ਤੇ ਤੇ ਸਾਹ ਦੇ ਪ੍ਰਾਹੁਣੇ ਉੱਤੇ ਦਇਆ ਕਰੀ ਮੇਰੇ ਦਾਤਿਆ, ਦਇਆ ਕਰੀ ਮੇਰੇ ਪਿਤਾ, ਦਇਆ ਕਰੀ। ਤੇ ਤੇਰੇ ਦੂਤ ਇੰਨੀ ਰਸੀਲੀ ਆਵਾਜ਼ ਨਾਲ ਗਾਉਣ। ਹੇ ਪਿਤਾ, ਤੇਰੀ ਆਵਾਜ਼, ਤੇਰਾ ਦਿੱਤਾ ਹੋਇਆ ਗੀਤ ਤੇ ਤੇਰੀਆਂ ਰੂਹਾਂ ਨੇ ਸੁਣਨਾ, ਤੇ ਤੇਰੇ ਬੁਲਾਰੇ ਨੇ ਗਾਉਣਾ, ਤੇ ਤੇਰੇ ਦੂਤਾਂ ਦੀ ਕਿਰਪਾ ਵਿੱਚ ਨਾਲ ਸੰਗਤਾਂ ਦੀ। ਕਿਉਂਕਿ ਮੇਰੇ ਪਿਤਾ ਤੁਸੀਂ ਬਚਨ 'ਚ ਲਿਖਿਆ 33:3 ਜਰਮਾਇਆ ਵਿੱਚ, ਮੈਨੂੰ ਪੁਕਾਰ ਮੈਂ ਤੈਨੂੰ ਉੱਤਰ ਦੇਵਾਂਗਾ, ਗੁੱਝੇ ਭੇਦਾਂ ਨੂੰ ਤੇ ਔਖੀਆਂ ਗੱਲਾਂ ਨੂੰ ਮੈਂ ਤੇਰੇ ਵਿੱਚ ਖੋਲੂੰਗਾ। ਬੇਟਾ, ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ, ਬੱਚੇ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ, ਤੂੰ ਇਹ ਗੁੱਝੇ ਭੇਦਾਂ ਦੀਆਂ ਗੱਲਾਂ ਮੇਰੇ ਪਿਤਾ ਤੁਸੀਂ ਦਿੱਤੀਆਂ। ਧੰਨਵਾਦ ਕਰਦੀ ਹਾਂ ਤੇ ਸ਼ੁਕਰ ਕਰਦੀ ਹਾਂ। ਆਓ ਸਾਰੇ ਸਰੋਤਿਓ, ਆਓ ਪ੍ਰੇਮੀ ਜਨੋ, ਆਓ ਪਰਮੇਸ਼ਰ ਦਿਓ ਪਿਆਰਿਓ ਰੂਹੋ, ਆਓ ਪਰਮੇਸ਼ਰ ਦੇ ਪਿਆਰੇ ਬੱਚਿਓ ਤੇ ਬੱਚੀਓ, ਆਪਾਂ ਰਲ ਮਿਲ ਕੇ ਇਸ ਗੀਤ ਨੂੰ ਗਾਈਏ ਤੇ ਸੁਣੀਏ ਤੇ ਆਪਣੇ ਮਨ ਵਿੱਚ ਵਸਾਈਏ। ਆਮੇਨ। ਯਸੂ ਨਾਸਰੀ ਦੇ ਨਾਂ 'ਚ ਮੰਗਦੇ ਹਾਂ ਔਰ ਪਾ ਲੈਂਦੇ ਹਾਂ। ਆਮੇਨ, ਆਮੇਨ।
झगड़े चमेड़े गल परमेश्वर जी ने कही, ए गल परमेश्वर जी ने कही प्यारियो, गल परमेश्वर जी ने कही। जदों जसू नूं असीं वाजां सी मारियां, जदों जसू नूं असीं वाजां सी मारियां, साडे तां विचों उड गईयां बमारियां, साडे तां विचों उड गईयां बमारियां, दुख कोई रिहा उथे नहीं, दुख कोई रिहा उथे नहीं प्यारियो, दुख कोई रिहा उथे नहीं। जदों जसू नूं असीं दिलों पकारिया, जदों जसू नूं असीं दिलों पकारिया, उस तां वेले सीश तान वी हारिया, उस तां वेले सीश तान वी हारिया, वस कोई उदा चले नहीं, वस कोई उदा चले नहीं प्यारियो, वस कोई उदा चले नहीं। जदों जसू दे नां चे लाए असीं नारे, जदों जसू दे नां चे लाए असीं नारे, खड़ा शैतान दो हथड़ा मारे, खड़ा शैतान दो हथड़ा मारे, भाजड़ दे बल नूं पै गई, भाजड़ दे बल नूं पै गई प्यारियो, भाजड़ दे बल नूं पै गई। भाजड़ दे बल नूं पै गई प्यारियो, भाजड़ दे बल नूं पै गई। चरनी दे विच जसू ला लैने डेरे, खुरली दे विच जसू ला लैने डेरे, उथे शैतान भी मारदा सी गेड़े, उथे शैतान भी सी मारदा गेड़े, बस कोई उदा चले नहीं, बस कोई उदा चले नहीं प्यारियो, बस कोई उदा चले नहीं। जसू पिता जी तिन्हां लोकां दा वाली ऐ, जसू पिता जी तिन्हां लोकां दा वाली ऐ, बोले जो मुखों कदी जावे ना खाली ऐ, बोले जो मुखों कदी जावे ना खाली ऐ, गल परमेश्वर जी ने कही, ये गल परमेश्वर जी ने कही प्यारियो, गल परमेश्वर जी ने कही।
दिलां दा वासीए साडे तां दिल चों साडे तां दिलां विचों चुक दित्ती ओ दासीए साडे दिलां चों चुक दित्ती ओ दासीए ओदे वर्गा कोई नहीं ओदे वर्गा कोई नहीं प्यारियो ओदे वर्गा कोई नहीं ओदे वर्गा कोई होर नहीं प्यारियो ओदे वर्गा कोई होर नहीं कोई होर नहीं आमीन आमीन हालेलुया 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 प्यारी कलीसिया जी जिस वेले यसू पिता ने जन्म लिया और बैतलहम विच खुरली दे विच जन्म लिया तिन्ना लोकां दे वाली ने हेरोदेस राजे नूं पता लग गया क्योंकि भविखबाणियां पहलों हो चुकियां सी कि मसीह दुनिया ते आ रहा आ और अजरेल दी राखी ਉਹ ਕਰੂਗਾ ਤੇ ਹੈਰੋਦੇਸ ਨੂੰ ਫਿਕਰ ਪੈ ਗਿਆ ਕਿ ਮੇਰਾ ਰਾਜ ਖਤਮ ਲੋਕਾਂ ਨੇ ਉਹਨੂੰ ਚੁੱਕਣਾ ਕੀਤੀ ਤੁਸੀਂ ਕਿਹਦੇ ਨਾਲੋਂ ਘੱਟ ਆ ਉਹਨੇ ਹੈਰੋਦੇਸ ਰਾਜੇ ਨੇ ਬੈਤਲਹਮ ਨੂੰ ਪੰਡਤ ਭੇਜ ਦਿੱਤੇ ਕਿ ਜਾਓ ਪਤਾ ਕਰਕੇ ਆਓ ਕਿ ਬਾਲਕ ਨੇ ਸੱਚੀ ਜਨਮ ਲੈ ਲਿਆ ਜਦੋਂ ਉੱਥੇ ਪਹੁੰਚੇ ਮੋਹਰਾਂ ਦੇ ਨਾਲ ਲਿਬਾਨ ਦੇ ਨਾਲ ਗੰਧਰਸ ਦੇ ਨਾਲ ਉਹਨਾਂ ਨੇ ਜਾ ਕੇ ਬਾਲਕ ਨੂੰ ਮੱਥਾ ਟੇਕਿਆ ਲੱਭਿਆ ਮਾਤਾ ਦੇ ਨਾਲ ਬਹੁਤ ਖੁਸ਼ ਹੋਏ ਔਰ ਉਹ ਜਾਣਦੇ ਸੀ ਕਿ ਰਾਜੇ ਨੇ ਸਾਡੇ ਨਾਲ ਚਾਲ ਕੀਤੀ ਆ ਕਿ ਤੁਸੀਂ ਦੇਖ ਕੇ ਆਵੋ ਤਾਂ ਕਿ ਮੈਂ ਵੀ ਉਹਨੂੰ ਮੱਥਾ ਟੇਕਣ ਲਈ ਜਾਵਾਂ ਪਰ ਉਹਨੂੰ ਮੱਥਾ ਟੇਕਣ ਲਈ ਨਹੀਂ ਜਾਣਾ ਸੀ ਹੈਰੋਦੇਸ ਨੇ ਉਸ ਬਾਲਕ ਨੂੰ ਜੀਸਸ ਦੇ ਛੋਟੇ ਜਿਹੇ ਬੱਚੇ ਰੂਪ ਨੂੰ ਮਰਵਾਉਣਾ ਸੀ ਤੇ ਪੰਡਤਾਂ ਨੂੰ ਪਤਾ ਸੀ ਕਿ ਭਵਿੱਖਬਾਣੀ ਪਰਮੇਸ਼ਰ ਨੇ ਦਿੱਤੀ ਸੀ ਉਹ ਬਾਲਕ ਦੇ ਦਰਸ਼ਨ ਕਰਕੇ ਜੀਸਸ ਦੇ ਦਰਸ਼ਨ ਕਰਕੇ ਤੇ ਹੋਰ ਰਾਹੇ ਚਲੇ ਗਏ ਮੁੜ ਕੇ ਹੈਰੋਦੇਸ ਦੇ ਕੋਲ ਨਾ ਗਏ ਹੈਰੋਦੇਸ ਨੂੰ ਕ੍ਰੋਧ ਆਇਆ ਤੇ ਬੈਤਲਹਮ ਦੇ ਜਿੰਨੇ ਬੱਚੇ ਸੀਗੇ 2 ਸਾਲ ਤੋਂ ਥੱਲੇ ਤੇ 2 ਸਾਲ ਦੇ ਸਾਰੇ ਹੀ ਬੱਚੇ ਮਰਵਾ ਸੱਟੇ ਇਹ ਵੀ ਭਵਿੱਖਬਾਣੀ ਪਹਿਲੋਂ ਨਬੀਆਂ ਦੇ ਥਰੂ ਹੋ ਚੁੱਕੀ ਸੀ ਇਸ ਤਰ੍ਹਾਂ ਜਦੋਂ ਖੁਰਲੀ ਵਿੱਚ ਪਰਮੇਸ਼ਰ ਨੇ ਜਨਮ ਧਾਰਨ ਕੀਤਾ ਸ਼ੈਤਾਨ ਉੱਥੇ ਵੀ ਗੇੜੇ ਮਾਰਦਾ ਸੀ ਕਿ ਬਾਲਕ ਨੂੰ ਮਾਰ ਦਿੱਤਾ ਜਾਵੇ ਇਸ ਛੋਟੇ ਬਾਲਕ ਨੂੰ ਕਿਉਂਕਿ ਇਹਨ ਵੱਡਾ ਹੋ ਕੇ ਅਜਨਮਾ ਬਣ ਜਾਣਾ ਆ ਭਾਵੇਂ ਇਹਨੂੰ ਬੱਕਰੇ ਵਾਂਗ ਕੋਹ ਦਿੱਤਾ ਜਾਵੇ ਇਹਨੇ ਧਰਤੀ ਵਿੱਚੋਂ ਨਿਕਲ ਆਉਣਾ ਆ ਇਹਨੇ ਆਸਮਾਨਾਂ ਨੂੰ ਚੜ੍ਹ ਜਾਣਾ ਆ ਇਹਨੇ ਆਸਮਾਨਾਂ ਤੋਂ ਉਤਰ ਆਉਣਾ ਆ ਇਹ ਉਹ ਹਸਤੀ ਆ ਪਿਤਾ ਤੇ ਪੁੱਤਰ ਬਣ ਕੇ ਆਉਣਾ ਆ ਤੇ ਪਿੱਤਰ ਬਣ ਕੇ ਆਇਆ ਤੇ ਫਿਰ ਹੁਣ ਪਵਿੱਤਰ ਆਤਮਾ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਜਿਹੜਾ ਇਸ ਲਈ ਸਾਡੇ ਵਿੱਚ ਪਰਿਪੂਰਨ ਗੱਲਾਂ ਕਰਦਾ ਆ ਤੇ ਇਸ ਤਰ੍ਹਾਂ ਇਹ ਪਰਮੇਸ਼ਰ ਦਾ ਪਿਆਰਾ ਬਚਨ ਅੱਜ ਪਿਆਰਾ ਗੀਤ ਸੁੰਦਰ ਗੀਤ ਪ੍ਰਭੂ ਨੇ ਸਾਨੂੰ ਦਿੱਤਾ ਉਹਦਾ ਲੱਖ ਲੱਖ ਸ਼ੁਕਰ ਕਰਦੇ ਹਾਂ ਛੋਟਾ ਜਿਹਾ ਗੀਤ ਇਹਨੂੰ ਇੰਨੇ ਪ੍ਰੇਮ ਦੇ ਨਾਲ ਅਸੀਂ ਗਾਈ ਜਾਈਏ ਸੱਚੀ ਮੁੱਚੀ ਜਦੋਂ ਅਸੀਂ ਗਾਈ ਜਾਈਏ ਸਾਡੇ ਹਿਰਦੇ ਦੇ ਰੋਮ ਰੋਮ ਤੇ ਜਿਹੜੇ ਆ ਪਿਆਰ ਨਾਲ ਭਰ ਜਾਂਦੇ ਆ ਤੇ ਸ਼ੈਤਾਨ ਦੌੜ ਜਾਂਦਾ ਆ ਤੇ ਬਿਮਾਰੀ ਸੱਚੀ ਮੁੱਚੀ ਕੋਈ ਨਹੀਂ ਰਹਿ ਜਾਂਦੀ ਜਦੋਂ ਅਸੀਂ ਪ੍ਰਭੂ ਯਿਸੂ ਦੇ ਨਾਅਰੇ ਲਾਉਂਦੇ ਆ ਕਹਿੰਦੇ ਆ ਕੋਈ ਗੈਰ ਆਤਮਾ ਭੈੜੀ ਰੂਹ ਕਿਸੇ ਵਿੱਚ ਵੜੀ ਆ ਨਾ ਉਹਨੂੰ ਕਹਿੰਦੇ ਯਿਸੂ ਨਾਂ ਦੇ ਵਿੱਚ ਨਿਕਲ ਜਾ ਗੈਟ ਆਊਟ ਫਰਮ ਦਿਸ ਬੋਡੀ ਇਹ ਮੰਦਰ ਪ੍ਰਭੂ ਦਾ ਆ ਸਰੀਰ ਪ੍ਰਭੂ ਦਾ ਆ ਨਿਕਲ ਤੇਰਾ ਕੋਈ ਹੱਕ ਨਹੀਂ ਸ਼ੈਤਾਨ ਨਿਕਲ ਤੇ ਉਹ ਬੜੀਆਂ ਚੀਕਾਂ ਨਾਰੇ ਮਾਰਦਾ ਆ ਕਹਿੰਦਾ ਮੇਰਾ ਘਰ ਨਾ ਪੱਟ ਮੈਂ ਨਹੀਂ ਜਾਣਾ ਫਿਰ ਮਿਹਨਤਾਂ ਕਰਦਾ ਆ ਕਹਿੰਦਾ
ਕਹਿੰਦਾ ਥੋੜ੍ਹੇ ਦਿਨ ਹੋਰ ਦੇ ਦੇ। ਕਹਿੰਦੇ ਇੱਕ ਘੜੀ ਵੀ ਨਹੀਂ ਮਿਲਣੀ। ਕਹਿੰਦਾ ਪਾਣੀ ਦੇ ਦੇ, ਇੱਕ ਦੁੱਧ ਦਾ ਘੁੱਟ ਲਿਆ ਦੇ। ਉਹ ਕਹਿੰਦੇ ਤੈਨੂੰ ਪੈਰਾਂ ਥੱਲੇ ਮਲ ਸਿੱਟਿਆ, ਯਿਸੂ ਨਾਸਰੀ ਦੇ ਖੂਨ ਦੇ ਨਾਲ ਔਰ ਤਾਕਤ ਦੇ ਨਾਲ ਨਿਕਲ ਜਾ। ਤੁਸੀਂ ਸਾਰੇ ਪ੍ਰਭੂ ਜਨੋ ਸਾਰੇ ਦੇਖਦੇ ਹਾਂ ਅੱਜ ਵੱਡੇ ਵੱਡੇ ਕੰਮ ਪਵਿੱਤਰ ਆਤਮਾ ਦੇ ਰੂਪ ਦੇ ਵਿੱਚ ਪਰਮੇਸ਼ਰ ਯਿਸੂ ਮਸੀਹ ਕਰਦਾ ਹੈ। ਪਿਤਾ, ਪੁੱਤਰ ਤੇ ਪਵਿੱਤਰ ਆਤਮਾ। ਪਿਤਾ ਨੇ ਜਨਮ ਧਾਰਨ ਕੀਤਾ ਤੇ ਜਨਮ ਧਾਰਨ ਕਰਕੇ ਸਾਡੇ ਤੇ ਖੂਨ ਡੋਲ ਕੇ ਸਾਨੂੰ ਧੋਤਾ। ਸਾਡੇ ਉੱਤੇ ਖੂਨ ਡੋਲ ਕੇ ਆਪਣੇ ਖੂਨ ਦੇ ਨਾਲ ਸਾਨੂੰ ਧੋਤਾ, ਸਾਡੇ ਪਾਪ ਮਾਫ ਕੀਤੇ। ਉਹ ਪਾਪੀਆਂ ਨੂੰ ਤਾਰਨ ਦੇ ਲਈ ਆਇਆ, ਉਹ ਧਰਮੀਆਂ ਨੂੰ ਨਹੀਂ। ਧਰਮੀ ਤਾਂ ਉਹਦੀ ਗੋਦ 'ਚ ਹੈਗੇ ਹੀ ਹੈਗੇ। ਉਹ ਸਾਡੇ ਵਰਗੇ ਪਾਪੀਆਂ ਨੂੰ ਤਾਰਨ ਆਇਆ। ਉਹ ਪਰਮੇਸ਼ਰ ਸਾਨੂੰ ਆਪਣੀ ਗੋਦ ਵਿੱਚ ਬਿਠਾਉਣ ਲਈ ਆਇਆ, ਸਾਡੇ ਉੱਤੇ ਕਿਰਪਾ ਕਰਨ ਦੇ ਲਈ ਆਇਆ। ਸਾਨੂੰ ਸਮਝ ਆ ਜਾਏ ਨਾ ਤੇ ਬੇੜੇ ਹੁੰਦੇ ਪਾਰ। ਜੇ ਸਮਝ ਨਹੀਂ ਆਉਂਦੀ ਤੇ ਫੇਰ ਭਾਈ ਬਸ ਦੀ ਗੱਲ ਨਹੀਂ ਹੈਗੀ ਕੋਈ। ਸਮਝ ਆ ਜਾਏ ਕਿ ਸੱਚੀ ਮੁੱਚੀ ਪਰਮੇਸ਼ਰ ਦਾ ਪੁੱਤਰ ਇੱਕੋ ਇੱਕ ਯਿਸੂ ਮਸੀਹ, ਜਿਹਨੂੰ ਪਰਮੇਸ਼ਰ ਨੇ ਅਸਮਾਨਾਂ ਨੂੰ ਚੜ੍ਹਨ ਤੋਂ ਬਾਅਦ ਦੇਖੋ 3 ਦਿਨ ਧਰਤੀ 'ਚ ਇੱਕ ਬੱਕਰੇ ਦੀ ਤਰ੍ਹਾਂ ਕੋਇਆ ਗਿਆ ਸਰੀਰ ਔਰ ਦੱਬਿਆ ਗਿਆ ਮਿੱਟੀ ਵਿੱਚ, ਔਰ ਤੀਜੇ ਦਿਨ ਨਿਕਲਿਆ। 40 ਦਿਨ ਪ੍ਰਚਾਰ ਕਰਦਾ ਰਿਹਾ ਯਿਸੂ ਨਾਸਰੀ ਪਰਮੇਸ਼ਰ, ਕਿਉਂਕਿ ਪਰਮੇਸ਼ਰ ਦਾ ਪੁੱਤ ਸੀ ਨਾ। ਪਰਮੇਸ਼ਰ ਹੀ ਉਹਦੇ ਵਿੱਚ ਰੂਹ ਬਿਠਾ ਕੇ ਆਇਆ ਸੀ। ਤੇ 40 ਦਿਨ ਪ੍ਰਚਾਰ ਤੋਂ ਬਾਅਦ ਆਕਾਸ਼ਾਂ ਨੂੰ ਉੱਡ ਗਿਆ ਦੇਖਦਿਆਂ ਔਰ ਪ੍ਰੋਮਿਸ ਕੀਤਾ ਕਿ ਮੈਂ ਥੋੜ੍ਹੇ ਦਿਨਾਂ 'ਚ ਵਾਪਸ ਪਵਿੱਤਰ ਆਤਮਾ ਨੂੰ ਤੁਹਾਡੇ ਲਈ ਭੇਜੂੰਗਾ, ਜਿਹੜਾ ਸਦਾ ਲਈ ਰਕਸ਼ਾ ਕਰੂਗਾ, ਹਰ ਦਮ ਤੁਹਾਡੀ ਰਕਸ਼ਾ ਕਰੂਗਾ, ਤੁਹਾਨੂੰ ਉਹ ਸਿਖਲਾਊਗਾ, ਟੀਚ ਕਰੂਗਾ। ਸਾਡੇ ਅੰਦਰ ਪਵਿੱਤਰ ਆਤਮਾ ਬੋਲਦਾ ਆ, ਉਹ ਜਿਹੜਾ ਪਰਮੇਸ਼ਰ ਬਾਅਦ ਵਿੱਚ ਥੋੜ੍ਹੇ ਦਿਨਾਂ ਬਾਅਦ ਵਿੱਚ, ਥੋੜ੍ਹੀਆਂ ਹੀ ਵੀਕਾਂ ਬਾਅਦ ਵਿੱਚ 120 ਜਣਿਆਂ ਦੇ ਉੱਤੇ ਉਤਰਿਆ। ਤੇ ਉਸੇ ਵੇਲੇ ਜਿਹੜੇ ਵਰਖਲਾਪ ਸੀ ਪ੍ਰਭੂ ਦੇ ਬੋਲਦੇ, ਗਾਲਾਂ ਕੱਢਣ ਵਾਲੇ ਤੇ ਨਫ਼ਰਤ ਕਰਨ ਵਾਲੇ 3000 ਉਸੇ ਵੇਲੇ ਹੀ ਪੈਰਾਂ ਦੀ ਚੌਂਕੀ ਬਣੇ। ਜਦੋਂ ਦੇਖਿਆ ਕਿ ਉਤਾਰਾ ਕਿਸ ਤਰ੍ਹਾਂ ਹੋਇਆ, ਬੰਦ ਕਮਰਾ, 120 ਜਣੇ ਪ੍ਰਾਰਥਨਾ ਕਰਦੇ ਆ, ਬੱਚੇ, ਬੀਬੀਆਂ ਤੇ ਮਰਦ ਪ੍ਰਾਰਥਨਾ ਕਰਦੇ ਆ, ਔਰ ਬੰਦ ਕਮਰੇ ਵਿੱਚ ਪ੍ਰਕਾਸ਼ ਹੋ ਗਿਆ। ਅੱਗ ਦੀਆਂ ਜੀਭਾਂ ਲੱਗੀਆਂ, ਸਾਰਿਆਂ ਨੂੰ ਦਿਖਣ ਲੱਗ ਗਈਆਂ। ਹਰ ਬੰਦਾ ਪਵਿੱਤਰ ਭਾਸ਼ਾ ਬੋਲਣ ਲੱਗ ਗਿਆ, ਸਵਰਗੀ ਭਾਸ਼ਾ। ਤੇ ਲੋਕੀ ਕੀ ਕਹਿਣ ਲੱਗੇ, ਆਹ ਦੇਖੋ ਕੀ ਕਰਦੇ ਆ। ਹਨੇਰੀ ਦਾ ਸੂਕਾ, ਜਿਵੇਂ ਜ਼ੋਰ ਦੀ ਹਨੇਰੀ ਆਉਂਦੀ ਆ, ਜ਼ੋਰ ਦੀ ਹਨੇਰੀ ਦਾ ਸੂਕਾ ਸੁਣਿਆ ਤੇ ਲੋਕੀ ਟਿਚਰਾਂ ਹੋਰ ਕਰਨ ਲੱਗੇ। ਅੱਜ ਵੀ ਲੋਕੀ ਬਥੇਰੇ ਆ ਜਿਨ੍ਹਾਂ ਦੇ ਭਾਗ ਮੰਦੇ, ਉਹ ਟਿਚਰਾਂ ਕਰਦੇ ਆ। ਜਿਨ੍ਹਾਂ ਦੇ ਭਾਗ ਮੰਦੇ ਉਹ ਟਿਚਰਾਂ ਕਰਦੇ ਆ, ਉਹ ਮਖੌਲ ਕਰਦੇ ਆ। ਉਹ ਤੂੰ ਧਰਮ ਬਦਲ ਲਿਆ, ਉਹ ਤੂੰ ਕੀ ਸੀ, ਤੂੰ ਕਿੱਧਰ ਨੂੰ ਤੁਰ ਪਿਆ, ਓਏ ਜੇ ਓਏ ਵੋ। ਨਹੀਂ ਸਮਝ ਆਉਂਦੀ। ਜੇ ਨਹੀਂ ਸਮਝ ਆਉਂਦੀ ਤੇ ਕਮ ਸੇ ਕਮ ਚੁੱਪ ਤਾਂ ਰਹੋ। ਪ੍ਰਭੂ ਦੇ ਨਾਂ 'ਚ ਟਿਚਰਾਂ ਮਖੌਲ ਤਾਂ ਨਾ ਕਿਸੇ ਦੇ ਬਣਾਓ। ਭਲਾ ਕਰੇ ਪਰਮੇਸ਼ਰ, ਸਮਝ ਆਵੇ ਹਰ ਇੱਕ ਨੂੰ, ਮਿਹਰ ਕਰੇ। ਪਰ ਪਰਮੇਸ਼ਰ ਨੇ ਕਿਹਾ ਜਿਹੜੇ ਮਖੌਲ ਵੀ ਕਰਦੇ ਉਹਨਾਂ ਦਾ ਵੀ ਭਲਾ ਮੰਗਣਾ ਆ, ਉਹਨਾਂ ਦਾ ਵੀ। ਪ੍ਰਭੂ ਮਿਹਰ ਕਰ, ਵਿਚਾਰਿਆਂ ਨੂੰ ਸੋਝੀ ਨਹੀਂ ਗੀ, ਉਹਨਾਂ ਨੂੰ ਵੀ ਚੰਗੇ ਕਰਦੇ, ਉਹਨਾਂ ਨੂੰ ਵੀ ਸੋਝੀ ਦੇ ਦੇ, ਉਹਨਾਂ ਨੂੰ ਵੀ ਅਕਲ ਦੇ ਦੇ, ਉਹਨਾਂ ਨੂੰ ਵੀ ਮੱਤ ਦੇ ਦੇ, ਉਹਨਾਂ ਨੂੰ ਵੀ ਬੁੱਧੀ ਦੇ ਦੇ, ਉਹਨਾਂ ਦੀਆਂ ਵੀ ਅੱਖਾਂ ਅੰਦਰ ਦੀਆਂ ਖੋਲ ਦੇ ਮੇਰੇ ਪਿਤਾ, ਅੱਖਾਂ ਖੋਲ ਦੇ, ਉਹਨਾਂ ਦੀਆਂ ਵੀ ਅੱਖਾਂ ਖੋਲ ਦੇ। ਬਸ ਇਹੋ ਹੀ ਕਹਿਣਾ ਆ, ਇਹੋ ਹੀ ਪਰਮੇਸ਼ਰ ਦਾ ਹੁਕਮ ਆ। ਕਿਸੇ ਨਾਲ ਪੂਰੇ ਨਹੀਂ ਨਿਭਣਾ ਕਿ ਉਹਨੇ ਮੈਨੂੰ ਇੱਦਾਂ ਕਿਹਾ ਤੇ ਮੈਂ ਉਹਨੂੰ 10 ਗੱਲਾਂ ਕਵਾਂ। ਨਹੀਂ, ਉਹਨੂੰ ਸਮਝਾਓ, ਭਾਈ ਇੱਦਾਂ ਨਾ ਕਰ। ਪਰ ਨਹੀਂ ਸਮਝਦਾ ਤਾਂ ਵੀ ਉਹਦਾ ਭਲਾ ਮੰਗੋ, ਕੋਈ ਗੱਲ ਨਹੀਂ। ਨਹੀਂ ਕਿਸਮਤ ਵਿੱਚ ਨਹੀਂ, ਭਾਗ ਰੱਬ ਨੇ ਉਹਦੇ ਬਣਾਏ ਇੱਦਾਂ ਦੇ, ਪਤਾ ਨਹੀਂ ਸਾਨੂੰ ਕਿਉਂ ਨਹੀਂ ਬਣਾਏ, ਔਰ ਬਣ ਜਾਣਗੇ ਉਹਦੀਆਂ ਉਹ ਜਾਣੇ, ਸਾਨੂੰ ਨਹੀਂ ਪਤਾ। ਇਸ ਕਰਕੇ ਜਦੋਂ
ਸਾਡਾ ਫਰਜ਼ ਸਾਨੂੰ ਪਰਮੇਸ਼ਰ ਨੇ ਇਹ ਹੀ ਕਿਹਾ। ਜਦੋਂ ਪਰਮੇਸ਼ਰ ਨੂੰ ਬੱਕਰੇ ਦੀ ਤਰ੍ਹਾਂ ਕੋਹ ਦਿੱਤਾ ਗਿਆ, ਉਦੋਂ ਵੀ ਪਰਮੇਸ਼ਰ ਨੇ ਕਿਹਾ, ਹੇ ਮੇਰੇ ਪਿਤਾ, ਜਿਹੜੇ ਮੈਨੂੰ ਮੇਰੇ ਕਿੱਲ ਠੋਕਣ ਵਾਲੇ ਆ, ਮੇਰੇ ਕੰਡਿਆਂ ਦਾ ਤਾਜ ਪਹਿਨਦੇ ਆ, ਜਿਨ੍ਹਾਂ ਨੇ ਮੇਰੀ ਦਾੜੀ ਪੁੱਟ ਸੁੱਟੀ ਔਰ ਮੂੰਹ ਤੇ ਥੁੱਕਿਆ ਆ ਔਰ ਬੋਟੀ ਬੋਟੀ ਕਰ ਦਿੱਤਾ ਆ, ਮੇਰੇ ਪਿਤਾ ਇਹ ਨਹੀਂ ਜਾਣਦੇ, ਇਹਨਾਂ ਨੂੰ ਮਾਫ਼ ਕਰ। ਪਰਮੇਸ਼ਰ ਨੇ, ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਮਾਫ਼ ਕਰ ਉਸ ਵੇਲੇ ਦੀ। ਤੇ ਜਿਹੜਾ 1-2 ਡਾਕੂ ਉਸ ਵੇਲੇ ਨਾਲ ਜਿਹੜੇ ਡਾਕੂ ਸੀ, ਇੱਕ ਡਾਕੂ ਨੇ ਮਖੌਲ ਨਾਲ ਪਰਮੇਸ਼ਰ ਨੂੰ, ਯਿਸੂ ਮਸੀਹ ਨੂੰ ਕਿਹਾ, ਤੂੰ ਤਾਂ ਪਰਮੇਸ਼ਰ ਦਾ ਪੁੱਤ ਆ, ਤੂੰ ਸਾਨੂੰ ਵੀ ਬਚਾ ਤੇ ਆਪ ਵੀ ਬਚ। ਦੂਸਰੇ ਨੇ ਕਿਹਾ, ਪ੍ਰਭੂ ਅਸੀਂ ਪਾਪ ਕੀਤੇ ਆ, ਅਸੀਂ ਆਪਣੇ ਪਾਪਾਂ ਦਾ ਫਲ ਭੁਗਤ ਰਹੇ ਹਾਂ, ਤੇ ਪ੍ਰਭੂ ਤੁਸੀਂ ਆਪਣੇ ਪਰਮੇਸ਼ਰ ਦੇ ਘਰ ਨੂੰ ਜਾ ਰਹੇ ਹਾਂ, ਤੁਸੀਂ ਕੋਈ ਪਾਪ ਨਹੀਂ ਕੀਤਾ। ਤੁਸੀਂ ਜਦੋਂ ਸਵਰਗ ਵਿੱਚ ਜਾਵੋ, ਤੁਸੀਂ ਮੇਰਾ ਚੇਤਾ ਜ਼ਰੂਰ ਕਰਿਓ, ਮੈਨੂੰ ਜ਼ਰੂਰ ਮਾਫੀ ਦੇ ਦਿਓ। ਜਿਹਨੇ ਇਸ ਤਰ੍ਹਾਂ ਬੇਨਤੀ ਕੀਤੀ, ਪ੍ਰਭੂ ਨੇ ਅੱਗ ਦਾ ਬਪਤਿਸਮਾ ਉਸੇ ਵੇਲੇ ਹੀ ਉਹਨੂੰ ਦੇ ਦਿੱਤਾ। ਪ੍ਰਭੂ ਅੱਗ ਦਾ ਬਪਤਿਸਮਾ ਦੇਣ ਆਇਆ ਸਾਨੂੰ, ਅੱਗ ਦਾ। ਉਹਨਾਂ ਨੇ, ਨਬੀ ਨੇ ਕਿਹਾ, ਮੈਂ ਤੁਹਾਨੂੰ ਪਾਣੀ ਦਾ ਬਪਤਿਸਮਾ ਦਿੰਦਾ ਆ, ਔਰ ਮੇਰੇ ਤੋਂ ਪਿੱਛੇ ਜਿਹੜਾ ਆਉਣ ਵਾਲਾ ਆ ਉਹ ਅੱਗ ਦਾ ਬਪਤਿਸਮਾ ਦਊ, ਪਵਿੱਤਰ ਆਤਮਾ ਦੀ ਅੱਗ ਦਾ। ਔਰ ਮੈਂ, ਯੋਨਾ ਨੇ ਕਿਹਾ, ਮੈਂ ਉਹਦੇ ਤਸ਼ਮਾ, ਸ਼ੂ ਦੇ ਤਸ਼ਮਾ ਖੋਲਣ ਦੇ ਵੀ, ਜੁੱਤੀ ਦੇ ਤਸ਼ਮਾ ਖੋਲਣ ਦੇ ਵੀ ਲਾਇਕ ਨਹੀਂ। ਐਡਾ ਮਹਾਨ ਕਿਰਪਾ ਉਸ ਨਬੀ ਤੇ। ਉਹਨੇ ਇੰਨਾ ਪਿਆਰ, ਸੱਚਾਈ ਦੱਸੀ ਪਰਮੇਸ਼ਰ ਦੇ ਬਾਰੇ ਵਿੱਚ, ਕਿ ਜਿਹੜਾ ਆਉਣ ਵਾਲਾ ਆ ਯਿਸੂ ਮਸੀਹ, ਉਹ ਮੇਰੇ ਤੋਂ ਵੱਡਾ ਆ, ਪਰ ਉਹ ਆਉਣ ਵਾਲਾ ਆ, ਮੈਂ ਉਹਦੇ ਜੁੱਤੀ ਦੇ ਤਸ਼ਮਾ ਖੋਲਣ ਦੇ ਵੀ ਲਾਇਕ ਨਹੀਂ। ਮੈਂ ਪਾਣੀ ਨਾਲ ਬਪਤਿਸਮਾ ਦਿੰਦਾ, ਉਹ ਅੱਗ ਨਾਲ ਬਪਤਿਸਮਾ ਦਊ। ਅੱਜ ਪਾਣੀ ਨਾਲ ਜਿਹੜੇ ਬਪਤਿਸਮੇ ਰਹਿ ਜਾਂਦੇ ਆ, ਉਹ ਫੇਲ ਆ। ਦੇਣੇ ਜ਼ਰੂਰ ਆ, ਦਿੱਤੇ ਜਾਂਦੇ ਆ, ਪਰ ਜਿੰਨਾ ਚਿਰ ਅੱਗ ਦਾ ਬਪਤਿਸਮਾ ਨਹੀਂ ਪਰਮੇਸ਼ਰ ਸਾਨੂੰ ਦਿੰਦਾ, ਸਾਡੇ ਕੋਈ ਹਾਲਾਤ ਨਹੀਂ ਬਦਲਦੇ, ਸਾਡੇ ਅੰਦਰ ਕੋਈ ਆਨੰਦ ਨਹੀਂ ਆਉਂਦਾ, ਸਾਡੇ ਅੰਦਰ ਕੋਈ ਖੇੜਾ ਨਹੀਂ ਖਿੜਦਾ, ਸਾਡੀਆਂ ਬਿਮਾਰੀਆਂ, ਕਸ਼ਟ ਦੂਰ ਨਹੀਂ ਹੁੰਦੇ। ਜਦੋਂ ਸਾਨੂੰ ਅੱਗ ਦਾ ਬਪਤਿਸਮਾ ਮਿਲਦਾ ਆ ਪਰਮੇਸ਼ਰ ਵੱਲੋਂ, ਪਰਮੇਸ਼ਰ ਦਾ ਪਿਆਰਾ ਪਾਸਟਰ, ਸੰਤ, ਨਬੀ, ਜਿਹੜਾ ਵੀ ਸਾਨੂੰ ਬਪਤਿਸਮਾ ਪਾਣੀ ਦਾ ਦੇਵੇ, ਜੇ ਉਹ ਅੱਗ ਦਾ ਵੀ ਉਸੇ ਵੇਲੇ ਹੀ ਪਰਮੇਸ਼ਰ ਉਹਦੀ ਸੁਣਦਾ ਹੋਵੇ, ਤੇ ਅੱਗ ਦਾ ਬਪਤਿਸਮਾ ਵੀ ਉਸੇ ਵੇਲੇ ਮਿਲੇ ਸਾਨੂੰ। ਪਰ ਜੇ ਅਸੀਂ ਪਾਣੀ ਦਾ ਬਪਤਿਸਮਾ ਲੈ ਕੇ ਵਧਾਈਆਂ ਘੜੀ ਦੀ ਘੜੀ ਰੋਣੇ ਉਹੋ ਹੀ ਰਹੇ, ਫਿਰ ਸਾਨੂੰ ਅੱਗ ਦਾ ਬਪਤਿਸਮਾ ਨਹੀਂ ਮਿਲਿਆ। ਜਦੋਂ ਅੱਗ ਦਾ ਬਪਤਿਸਮਾ ਆ ਗਿਆ ਨਾ ਅੰਦਰ ਦੇ ਕਪਾਟ ਖੁੱਲਣਗੇ, ਖੁਸ਼ੀਆਂ ਆਉਣਗੀਆਂ, ਖੇੜੇ ਆਉਣਗੇ, ਆਨੰਦ ਹੋਊਗਾ, ਚਿੰਤਾ ਦੌੜਨਗੀਆਂ, ਲਾਲੀਆਂ ਚੜਨਗੀਆਂ, ਮਰਨਾ ਮੁੱਕ ਜਾਊਗਾ। ਸਰੀਰ ਨੇ ਜਾਣਾ ਇੱਕ ਦਿਨ, ਆਤਮਾ ਨੇ ਸਦਾ ਰਹਿਣਾ ਆ। ਕੁੰਜ ਦੀ ਤਰ੍ਹਾਂ ਇਸ ਬੋਡੀ ਨੂੰ ਤਿਆਗਣਾ ਆ। ਜਿਵੇਂ ਸੱਪ ਇੱਕ ਕੁੰਜ ਲਾਉਂਦਾ ਤੇ ਦੂਜੀ ਨਵੀਂ ਤਿਆਰ ਹੋ ਜਾਂਦਾ ਪਾਉਣ ਨੂੰ, ਇੱਕ ਲਾਉਂਦਾ ਤੇ ਦੂਜੀ। ਕੁੰਜ ਦੀ ਤਰ੍ਹਾਂ ਇਸ ਸਰੀਰ ਨੂੰ ਤਿਆਗ ਕੇ ਪਰੇ ਹੋ ਜਾਣਾ। ਇਸ ਸਰੀਰ ਨੇ ਮਿੱਟੀ ਦੇ ਖਿਡੌਣਿਆਂ, ਓਏ ਮਿੱਟੀ ਦਾ ਖਿਡੌਣਾ, ਤੂੰ ਮਿੱਟੀ ਦਾ ਖਿਡੌਣਾ, ਬੰਦਿਆ ਮਿੱਟੀ ਦਾ ਖਿਡੌਣਾ, ਤੇ ਇੱਕ ਸਾਹ ਦਾ ਪਰਾਉਣਾ, ਤੂੰ ਮਿੱਟੀ ਦਾ ਖਿਡੌਣਾ, ਤੇ ਇੱਕ ਸਾਹ ਦਾ ਪਰਾਉਣਾ, ਇੱਕ ਸਾਹ ਦਾ ਪਰਾਉਣਾ, ਤੂੰ ਇੱਕ ਸਾਹ ਦਾ ਪਰਾਉਣਾ। ਹਾਲੇਲੂਇਆ, ਹਾਲੇਲੂਇਆ। ਇੱਕ ਸਾਹ ਦਾ ਪਰਾਉਣਾ ਯਾਦ ਰੱਖੀ। ਜਿਹੜਾ ਸਾਹ ਦਾ ਪਰਾਉਣਾ ਆ, ਕਿਹੜੀ ਚੀਜ਼ ਦਾ ਬੇਈਮਾਨ ਕਰੂਗਾ ਉਹ, ਕਿਹੜੀ ਚੀਜ਼ ਦਾ ਹੰਕਾਰ ਹੋਊਗਾ ਉਹਨੂੰ। ਕਿਸੇ ਦੇ ਘਰ ਆਇਆ ਨਾ, ਉਹਦੇ ਮਹਿਲ, ਉਹਦੀਆਂ ਗੱਡੀਆਂ ਦਾ, ਉਹਦੀਆਂ ਬੈਂਕ ਬੈਲੈਂਸਾਂ ਦਾ, ਉਹਦੇ ਵੱਡੇ ਵੱਡੇ ਅਹੁਦਿਆਂ ਦਾ, ਕਾਸੇ ਦਾ ਵੀ ਨਹੀਂ, ਕਾਸੇ ਦਾ ਵੀ ਨਹੀਂ। ਉਹ ਕਾਸੇ ਦਾ ਵੀ ਮਾਣ ਨਹੀਂ ਕਰੂਗਾ। ਕਿਉਂ? ਉਹਦੇ ਸਾਹ ਦਾ ਪ੍ਰਾਹੁਣਾ ਜਿਹੜਾ ਆਇਆ, ਕਹੂਗਾ 5 ਮਿੰਟ ਤੁਹਾਡੇ ਘਰ ਮੈਂ ਸਿਰ ਫਟਕਣਾ ਆ।
ਉਹਨੂੰ ਤਾਂ ਇੰਨਾ ਕਹੂਗਾ ਵੀ ਪਾਣੀ ਮਤਲਬ ਜਾਂ ਫੁਲਕਾ ਮਿਲ ਜਾਵੇ ਘੜੀ ਦੀ, ਬਸ ਦੱਸ ਚੱਲੀਏ। ਕਿਉਂਕਿ ਅਸੀਂ ਆਪਣੇ ਆਪ ਨੂੰ ਇੱਕ ਸਾਹ ਦਾ ਪ੍ਰਾਹੁਣਾ ਜਾਣਨ ਲੱਗ ਜਾਈਏ, ਸਾਡੀਆਂ ਸਾਰੀਆਂ ਚਿੰਤਾ ਮਿਟ ਜਾਣ, ਸਾਡਾ ਰਾਖਾ ਪਰਮੇਸ਼ਰ ਹੋ ਜਾਵੇ। ਬੜਾ ਔਖਾ ਆ ਸਾਹ ਦੇ ਪ੍ਰਾਹੁਣੇ ਬਣਨ ਲਈ, ਸਮਝਣਾ। ਕਹਿਣ ਲਈ ਤਾਂ ਸਾਰੇ ਅਸੀਂ ਕਹਿੰਦੇ ਹਾਂ ਅਸੀਂ ਸਾਹ ਦੇ ਪ੍ਰਾਹੁਣੇ, ਅਸੀਂ ਸਾਹ ਦੇ ਪ੍ਰਾਹੁਣੇ, ਅਸੀਂ ਸਾਹ ਦੇ ਪ੍ਰਾਹੁਣੇ ਨਾ, ਪਰ ਸਾਹ ਦਾ ਪ੍ਰਾਹੁਣਾ ਅੰਦਰ ਵੀ ਕੋਈ ਖੁਸ਼ੀ ਖਿੜੇ ਕਿ ਪ੍ਰਭੂ ਆਵਾਜ਼ ਕਦੋਂ ਮਾਰੇਗਾ ਆਪਣੇ ਬੱਚੇ ਨੂੰ, ਆਪਣੇ ਘਰ ਨੂੰ ਮੈਂ ਜਾਵਾਂ ਛੇਤੀ ਛੇਤੀ, ਆਵਾਜ਼ ਮਾਰ ਛੇਤੀ ਆਵਾਂ, ਕਿਉਂ ਲਾਲੀਆਂ ਚੜ੍ਹਨ, ਹੈਂ ਖੁਸ਼ੀ ਆਵੇ ਜਦ ਤੂੰ ਯਾਦ ਕਰੇ ਕਿ ਮੇਰਾ ਪਰਮੇਸ਼ਰ ਮੈਨੂੰ ਆਵਾਜ਼ ਮਾਰੇ, ਮੇਰਾ ਪਿਤਾ ਮੈਨੂੰ ਆਵਾਜ਼ ਮਾਰੇ ਛੇਤੀ। ਜਿਵੇਂ ਖੇਲਦੇ ਬੱਚੇ ਨੂੰ ਮਾਂ ਆਵਾਜ਼ਾਂ ਮਾਰਦੀ ਆ, ਬੱਚੇ ਆ ਜਾ ਖਾਣਾ ਤਿਆਰ ਆ। ਜੇ ਅਸੀਂ ਪਰਮੇਸ਼ਰ ਦੇ ਆਖੇ ਲੱਗਾਂਗੇ ਨਾ, ਪਰਮੇਸ਼ਰ ਨੂੰ ਸੱਚੀ ਮੁੱਚੀ ਤਿੰਨਾਂ ਲੋਕਾਂ ਦੇ ਵਾਲੀ ਨੂੰ ਅਸੀਂ ਜਾਣਾਂਗੇ, ਬੁੱਝਾਂਗੇ, ਪਿਆਰ ਕਰਾਂਗੇ, ਮਾਫੀਆਂ ਮੰਗਾਂਗੇ। ਕਹਿੰਦੇ ਪਰਮੇਸ਼ਰ ਨੇ ਲਿਖਿਆ ਬਚਨ ਵਿੱਚ ਆਪਣੇ 'ਚ ਮੱਤੀ 7 ਵਿੱਚ, ਮੰਗੋ ਤਾਂ ਦਿੱਤਾ ਜਾਂਦਾ, ਢੂੰਡੋ ਤਾਂ ਲੱਭਦਾ, ਖੜਕਾਓ ਤਾਂ ਖੋਲ੍ਹਿਆ ਜਾਂਦਾ। ਅਸੀਂ ਮੰਗਣ ਲੱਗ ਪਈਏ, ਬਸ ਅਸੀਂ ਢੂੰਡਣ ਲੱਗ ਪਈਏ, ਬਸ ਅਸੀਂ ਉਹਦੀ ਡੋਰ ਖੜਕਾਉਣ ਲੱਗ ਜਾਈਏ, ਆਪੇ ਖੋਲੂ। ਢੀਠ ਹੋਏ ਮੰਗੂ, ਆਪੇ ਖੋਲੂਗਾ ਨਾ, ਜ਼ਰੂਰ ਖੋਲੂਗਾ, ਜ਼ਰੂਰ, ਉਹ ਜ਼ਰੂਰ ਲੱਭੂਗਾ। ਜਦੋਂ ਮੰਗਾਂ ਉਹਨੂੰ ਬਚਨ ਕੀਤਾ ਹੈ ਤਾਂ ਬਚਨ ਤੋਂ ਕਦੀ ਪਰਮੇਸ਼ਰ ਕਦੀ ਨਹੀਂ ਮੁੱਕਰਦਾ। ਕਹਿੰਦਾ ਮੰਗੋ ਮੰਗੋ, ਮੂੰਹ ਖੋਲ ਖੋਲ ਖੋਲ, ਮੰਗ ਮੰਗ ਮੰਗ, ਤੈਨੂੰ ਦਿੱਤਾ ਜਾਵੇ। ਜਦੋਂ ਤੂੰ ਮਨ ਦਿਲ ਕਰਕੇ ਤੇ ਜ਼ਬਾਨ ਕਰਕੇ ਇੱਕ ਹੋ ਗਿਆ ਨਾ ਮੰਗਣ ਲਈ, ਤੈਨੂੰ ਜ਼ਰੂਰ ਮਿਲੂਗਾ। ਅਜੇ ਬੰਦਿਆ ਤੇਰਾ ਦਿਲ ਕਿਧਰੇ ਤੇ ਜ਼ਬਾਨ ਕਿਧਰੇ। ਇਹ ਜ਼ਬਾਨ ਬੜੀ ਚਲਾਕ ਆ, ਇਹ ਕੁਛ ਬੋਲਦੀ, ਦਿਲ ਕੁਛ ਬੋਲਦਾ। ਦਿਲ ਤੇ ਦਿਮਾਗ, ਦਿਲ ਦਿਮਾਗ ਜ਼ਬਾਨ ਤਿੰਨ ਇੱਕ ਹੋ ਜਾਣ, ਫਿਰ ਸ਼ੈਤਾਨ ਤੁਹਾਡੀ ਪ੍ਰਾਰਥਨਾ ਨੂੰ ਚੁਰਾ ਨਹੀਂ ਸਕਦਾ, ਰਸਤੇ 'ਚ ਚੁਰਾ ਨਹੀਂ ਸਕਦਾ। ਫਿਰ ਤੁਹਾਡੀ ਦਰਗਾਹ 'ਚ ਟੈਲੀਫੋਨ ਪਹੁੰਚ ਜਾਂਦਾ ਆ। ਇਹ 3 ਨੰਬਰ ਆ, 3 ਨੰਬਰ ਸਹੀ, ਦਿਲ ਦਿਮਾਗ ਤੇ ਜ਼ਬਾਨ। ਜ਼ਬਾਨ ਛੋਟੀ ਜਿਹੀ ਮਾਸ ਦਾ ਟੁਕੜਾ, ਪਰਮੇਸ਼ਰ ਕਹਿੰਦੇ ਨਰਕਾਂ ਨੂੰ ਲੈ ਜਾਂਦੀ ਆ। ਜੋ ਬੋਲਦਾ ਤੇਰਾ ਕਰਮ ਬਣੀ ਜਾਂਦਾ ਆ, ਜੋ ਬੋਲਦਾ ਆ ਤੇਰੇ ਲਈ ਹੁੰਦਾ ਆ। ਤੇਰੀ ਜ਼ਬਾਨ 'ਚ ਸਭ ਕੁਛ ਰੱਖ ਦਿੱਤਾ ਬੱਚਿਆ, ਤੇਰੀ ਮਰਜ਼ੀ ਆ। ਹੁਣ ਤੈਨੂੰ ਦੱਸ ਵੀ ਦਿੱਤਾ, ਤੇ ਹੁਣ ਸਮਝ ਕੇ ਪਰਮੇਸ਼ਰ ਦਇਆ ਕਰੇ, ਸਾਨੂੰ ਸਮਝ ਦੇਵੇ। ਅਸੀਂ ਬੱਚੇ ਹਾਂ, ਅਸੀਂ ਅਣਜਾਣ ਹਾਂ, ਸਾਡੀ ਤੇਜ਼ ਬੁੱਧੀ ਇੰਨੀ ਨਹੀਂ। ਪਿਤਾ ਸਾਡੇ ਤੇ ਦਇਆ ਕਰੋ, ਸਾਡੇ ਤੇ ਰਹਿਮਤ ਕੀਤੀ, ਸਾਡੇ ਤੇ ਮਿਹਰ ਕਰੋ ਤੇ ਕਰ ਦਿੱਤੀ। ਅਸੀਂ ਨਿਹਚਾ ਕਰਦੇ ਹਾਂ, ਤੁਸੀਂ ਸਾਡੇ ਉੱਤੇ ਦਇਆ ਕਰ ਦਿੱਤੀ ਆ, ਮਿਹਰ ਕਰ ਦਿੱਤੀ ਆ, ਰਹਿਮਤ ਕਰ ਦਿੱਤੀ ਆ, ਸਵਰਗਾਂ ਦੀਆਂ ਖਿੜਕੀਆਂ ਸਾਡੇ ਲਈ ਖੋਲ੍ਹ ਦਿੱਤੀਆਂ। ਅਸੀਂ ਮੰਗਿਆ ਤੇ ਤੂੰ ਸਾਨੂੰ ਮਿਲ ਗਿਆ। ਪਿਤਾ ਤੇਰਾ ਸ਼ੁਕਰ ਕਰਦੇ ਹਾਂ, ਪਿਤਾ ਤੇਰਾ ਧੰਨਵਾਦ ਕਰਦੇ ਹਾਂ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਸਰੋਤਿਓ ਪ੍ਰੇਮੀ ਜਨੋ, ਇਹ ਪ੍ਰਭੂ ਜੀ ਨੇ ਮਿਹਰ ਕੀਤੀ ਆ ਆਪਾਂ ਸਾਰਿਆਂ ਨੇ, ਸਾਰੇ ਸਰੋਤਿਆਂ ਲਈ ਤੇ ਵਕਤੇ ਲਈ ਔਰ ਸਾਰੇ ਸੰਤ ਜਨਾਂ ਲਈ ਬੇਨਤੀ ਕਰਦਾ ਹੈ ਸਰੀਰ ਕਿ ਜਦੋਂ ਵੀ ਪਰਮੇਸ਼ਰ ਦੇ ਦਾਸ ਮੂੰਹ ਖੋਲ੍ਹਣ, ਖੁਸ਼ਖਬਰੀ ਦੇ ਭੇਦਾਂ ਨੂੰ ਖੋਲ੍ਹਣ ਤੇ ਹਰ ਇੱਕ ਗੋਡਾ ਨਿਭ ਜਾਵੇ। ਤੇ ਸਵਰਗੀ ਪਿਤਾ ਤੇਰਾ ਧੰਨਵਾਦ ਕਰਦੇ ਹਾਂ, ਮਿਹਰ ਕਰਦੇ ਹਾਂ, ਸਾਰਿਆਂ ਦੇ ਉੱਤੇ ਰਹਿਮਤ ਕਰੋ। ਜਿੰਨੇ ਵੀ ਤੈਨੂੰ ਪ੍ਰੇਮ ਨਾਲ ਯਾਦ ਕਰਨ ਵਾਲੇ ਪਰਮੇਸ਼ਰ ਤੇਰੇ ਘਰੋਂ ਬਰਕਤਾਂ ਪਾ ਲੈਣ। ਜਿਹੜੇ ਵੀ ਪ੍ਰੇਮ ਦੇ ਨਾਲ ਇਹਨਾਂ ਗੱਲਾਂ ਤੇਰੇ ਬਚਨਾਂ ਨੂੰ ਮਨ 'ਤੇ ਵਸਾਉਣ, ਉਹਨਾਂ ਦੇ ਦਿਲ ਛਿੱਦ ਜਾਣ। ਮੇਰੇ ਪਿਤਾ ਤੇਰਾ ਸ਼ੁਕਰ ਤੇ ਤੇਰਾ ਧੰਨਵਾਦ ਕਰਦੇ ਹਾਂ, ਤੇਰਾ ਧੰਨਵਾਦ ਹੋ। ਹੇ ਮੇਰੇ ਪਿਤਾ, ਉਹਨਾਂ ਦੇ ਦਿਲ ਛਿੱਦ ਜਾਣ, ਹਰ ਇੱਕ 'ਤੇ ਬਰਕਤ ਨਾ ਭਰ ਜਾਵੇ, ਹਰ ਇੱਕ ਦਾ ਸਰੋਤੇ ਦਾ ਘਰ ਬਰਕਤ ਨਾ, ਹਿਰਦਾ ਬਰਕਤ ਨਾ ਭਰ ਜਾਵੇ, ਘਰ ਬਰਕਤ ਨਾ ਭਰ ਜਾਵੇ, ਚੰਗਿਆਈ ਨਾ ਭਰ ਜਾਵੇ, ਸੱਚਾਈ ਨਾ ਭਰ ਜਾਵੇ। ਬਿਪਤਾਵਾਂ ਨਿਕਲ ਜਾਣ ਘਰ 'ਚੋਂ, ਚਿੰਤਾ ਨਿਕਲ ਜਾਣ, ਕਾਲਾ ਕਲੇਸ਼, ਲੜਾਈਆਂ ਝਗੜੇ ਨਿਕਲ ਜਾਣ, ਬਿਮਾਰੀਆਂ ਨਿਕਲ ਜਾਣ। ਯਿਸੂ ਪਿਤਾ ਨਾਸਰੀ ਦੇ ਨਾਂ 'ਚ, ਪਵਿੱਤਰ ਨਾਮ 'ਚ, ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ ਨਾਂ 'ਚ, ਪਿਆਰਾ ਪੁੱਤਰ ਯਿਸੂ ਨਾਸਰੀ, ਹੇ ਮੇਰੇ ਪਿਤਾ ਇਕਲੌਤਾ ਬੇਟਾ ਯਿਸੂ ਨਾਸਰੀ, ਸਾਡਾ ਮੁਕਤੀ ਦਾਤਾ, ਸਾਡਾ ਜੀਵਨ ਦਾਤਾ, ਸਾਡਾ ਆਧਾਰ ਕਰਤਾ ਯਿਸੂ ਨਾਸਰੀ ਦੇ ਨਾਮ 'ਚ ਮੰਗਦੇ ਹਾਂ ਔਰ ਅਸੀਂ ਪਾ ਲੈਂਦੇ ਹਾਂ। ਆਮੀਨ ਆਮੀਨ ਹਾਲੇਲੂਇਆ। ਧੰਨਵਾਦ 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 ਪਰਮੇਸ਼ਰ ਤੇਰਾ, ਧੰਨਵਾਦ।